भाई मुनीर खुदाम तुहानू बरकत दे, खुदाम तुहाडे नाल होए। ਅੱਜ ਅਸੀਂ ਜਿਹੜਾ ਇਸ ਟੌਪਿਕ ਨੂੰ ਉਰਦੂ ਔਰ ਪੰਜਾਬੀ ਦੋਨਾਂ ਦੇ ਵਿੱਚ ਜਿਹੜਾ ਸ਼ੇਅਰ ਕਰਾਂਗੇ ਔਰ ਖੁਦਾ ਨੇ ਚਾਹਿਆ ਤੇ तमाम ਜਿੱਦਾਂ ਵੀ ਸਾਡਾ ਮੈਸੇਜ ਹੈ ਇਹ ਪੂਰੀ ਦੁਨੀਆ ਦੇ ਵਿੱਚ ਜਾਏਗਾ ਔਰ ਅਕਸਰੀਅਤ ਜਿਹੜੀ ਹੈ ਦੁਨੀਆ ਦੇ ਵਿੱਚ ਉਹ ਪੰਜਾਬੀ ਬੋਲਣ ਵਾਲੀ ਹੈ। ਬੇਸ਼ੱਕ ਅਸੀਂ ਕਿਸੇ ਵੀ ਕੰਟਰੀ ਦੇ ਵਿੱਚ ਜਾਂਦੇ ਹਾਂ ਤੇ ਉੱਥੇ ਇਹ ਦੇਖਦੇ ਹਾਂ ਕਿ ਸਾਡੇ ਜਿਹੜੇ ਸਿੱਖ ਭਾਈ ਨੇ, ਹਿੰਦੂ ਭਾਈ ਨੇ ਔਰ ਬਿਲਖਸੂਸ ਜਿਹੜੇ ਪੰਜਾਬ ਦਾ ਜਿਹੜਾ ਕਲਚਰ ਉਹਦੇ ਚੱਲਦੀ ਪੰਜਾਬੀ ਹੈ, ਲੇਕਿਨ ਆਉਣ ਵਾਲੇ ਵਕਤ ਵਿੱਚ ਇਹਦਾ ਫੁਕਦਾਨ ਹੁੰਦਾ ਜਾਣ ਡਿਆ ਕਿਉਂਕਿ ਸਾਡੇ ਤੁਹਾਡੇ ਘਰਾਂ ਦੇ ਵਿੱਚ ਬੱਚਿਆਂ ਨਾਲ ਉਰਦੂ ਬੋਲੀ ਜਾਂਦੀ ਹੈ, ਲੇਕਿਨ ਪੰਜਾਬੀ ਦਾ ਕਲਚਰ ਸਾਡੀ ਜ਼ਿੰਦਗੀ ਦੇ ਵਿੱਚ ਹੋਣਾ ਚਾਹੀਦਾ। ਜਿਸ ਤਰ੍ਹਾਂ ਅੱਜ ਰਫਾਕਤ ਹੋਈ ਬਰਕਤ ਲਈ, ਤੁਸੀਂ ਜਦੋਂ ਇੱਥੇ ਆਏ ਹੋ ਕਿ ਅਸੀਂ ਬਰਕਤ ਨੂੰ ਹਾਸਲ ਕਰੀਏ ਤੇ ਖੁਦਾ ਦੇ ਇੱਕ ਪਲਾਨ ਹੁੰਦਾ ਹੈ ਕਿਉਂਕਿ ਸਬਬ ਹੈ ਕਿ ਅਸੀਂ ਜਦੋਂ ਅੱਗੇ ਵਧਨੇ ਆ ਜਾਂ ਖੁਦਾ ਦੇ ਚੱਲਨੇ ਆ ਤੇ ਖੁਦਾ ਕੀ ਕਰਦਾ ਸਾਨੂੰ ਸ਼ੇਅਰ ਕਰਦਾ ਚਲਾ ਜਾਂਦਾ। ਉਹ ਕਲਾਮ ਦੇ ਵਿੱਚ ਲਿਖਿਆ ਹੈ ਕਿ ਉਹ ਜਦੋਂ ਪਤਰਸ ਨੇ ਆਵਾਜ਼ ਕੀਤਾ ਸੀ, ਕਲਾਮ ਇਹ ਦੱਸਦਾ ਕਿ 3000 ਲੋਕੀ ਜਦੋਂ ਉਹਨਾਂ ਨਾਲ ਮਿਲੇ ਸਨ ਤੇ 3000 ਲੋਕੀ ਮਿਲਣ ਦੇ ਨਾਲ ਬਾਈਬਲ ਇਹ ਦੱਸਦੀ ਕਿ ਉਹਦੇ ਬਾਅਦ ਉਹਨਾਂ ਕੀ ਕੀਤਾ, ਉਹ ਰੋਟੀ ਤੋੜਨੇ, दुआ करने और जो सा है रसूलों की रफाकत में ये जो सा ना शामिल रहने में जो सा नहीं मशगूल रहे वो आके जिन्ना तिकर असी शामिल नहीं रहंदे, जिन्ना तिकर असी उस वाबस्तगी च नहीं रहंदे, मेरी और तुहाडी जिहड़ी है ना बरकत कदी नहीं ठहरदी। और असी चूंकि हर टॉपिक नूं असी एक सब्जैक्ट दे नाल शेयर करने हैं ਤੇ ਬਾਈ ਸੈਮਲ ਜਿਹੜਾ ਨਾ ਬਰਕਤ ਇੱਕ ਲਫ਼ਜ਼ ਜਿਹੜਾ ਸ਼ੁਕਰਗੁਜ਼ਾਰੀ ਹੈ, ਮੈਂ 2 ਦਿਨ ਪਹਿਲਾਂ ਵੀ ਘਰ ਦੇ ਚਤ ਉੱਥੇ ਵੀ ਸ਼ੁਕਰਗੁਜ਼ਾਰੀ ਦੇ ਉੱਤੇ ਗੱਲ ਚੱਲਦੀ ਪਈ। ਮੌਜੂਦਾ ਦੌਰ ਦੇ ਸ਼ੁਕਰਗੁਜ਼ਾਰੀ ਜਿਹੜੀ ਹੈ ਉਹ ਹੈ ਕੀ ਹੈ? ਦੇਖੋ ਸ਼ੁਕਰਗੁਜ਼ਾਰੀ ਉਸ ਸੂਰਤ 'ਚ ਕੀਤੀ ਜਾਂਦੀ ਹੈ ਜਦੋਂ ਇਨਸਾਨ ਦਾ ਕੋਈ ਮਸਲਾ ਹੱਲ ਹੁੰਦਾ ਹੈ, ਇਨਸਾਨ ਨੂੰ ਕੋਈ ਬਰਕਤ ਮਿਲਦੀ ਹੈ, ਉਹਦੇ ਨਾਲ ਅਸੀਂ ਕੀ ਕਰਨੇ, ਸ਼ੁਕਰਗੁਜ਼ਾਰੀ ਕਰਦੇ ਹਾਂ। ਚਰਚਿਸ ਦੇ 'ਚ ਅੱਛਾ ਸ਼ੁਕਰਗੁਜ਼ਾਰੀ ਦੇ ਜਿਹੜੇ ਪ੍ਰੋਸੀਜਰ ਨੇ ਉਹ ਕੀ ਨੇ? ਨੰਬਰ 1 ਚੀਜ਼ ਕਿ ਕਿਸੇ ਵੀ ਜਗ੍ਹਾ ਦੇ ਉੱਤੇ ਕਿਸੇ ਵੀ ਚਰਚ ਦੇ ਵਿੱਚ ਜਦੋਂ ਅਸੀਂ ਐਫੀਲੀਏਟਿਡ ਹੁੰਦੇ ਆ ਤੇ ਅਸੀਂ ਉਹ तमाम ਜਿਹੜੀਆਂ ਨੇ ਨਾ ਨੇਮਤਾਂ ਨੂੰ ਬਰਕਤ ਨੂੰ ਸ਼ੇਅਰ ਕਰਨ ਲਈ ਕਿ ਕੋਈ ਲੋਕੀ ਜਿਹੜਾ ਖਾਣਾ ਬਣਾ ਕੇ ਕੋਈ ਦੇਗ ਬਣਾ ਕੇ ਚਰਚ ਦੇ ਵਿੱਚ ਲੈ ਕੇ ਜਾਂਦੇ ਨੇ। ਇਸੀ ਤਰ੍ਹਾਂ ਜਾਂ ਜ਼ਿਆਫਤ ਕੀਤੀ ਜਾਂਦੀ ਹੈ ਜਾਂ ਖਾਦਮਾ ਲਈ ਜ਼ਿਆਫਤ ਕੀਤੀ ਜਾਂਦੀ ਹੈ। तमाम ਚੀਜ਼ਾਂ ਜਿਹੜੀਆਂ ਨੇ ਅਸੀਂ ਖੁਦਾ ਦੇ ਹਜ਼ੂਰ ਮਕਬੂਲ ਕਰਾਉਂਦੇ ਆ। ਬਹੁਤ ਸੇ ਲੋਕੀ ਕੀ ਕਰਦੇ ਨੇ ਚਰਚਿਸ ਦੇ ਵਿੱਚ ਕੈਂਡਲਸ ਜਾਂ ਬਹੁਤ सी ਚੀਜ਼ਾਂ ਜਿਹੜੀਆਂ ਨੇ ਉਹ ਚੜਾ ਦਿੰਦੇ ਨੇ, ਪੇਸ਼ ਕਰ ਦਿੰਦੇ ਨੇ। तमाम ਚੀਜ਼ਾਂ ਦਰੁਸਤ ਨੇ, तमाम ਚੀਜ਼ਾਂ ਜ਼ਬਰਦਸਤ ਨੇ, ਲੇਕਿਨ ਜਦੋਂ ਅਸੀਂ ਬਾਈਬਲ ਦੇ ਚੋਂ ਪੜ੍ਹਨੇ ਆ ਤੇ ਹਿਸਕੀਆ ਸਾਨੂੰ ਇੱਕ ਬੇਤ ਦਿੰਦਾ। ਹਿਸਕੀਆ ਨੇ ਬਹੁਤ ਵੱਡਾ ਇੱਕ ਬੇਤ ਦਿੱਤਾ ਸ਼ੁਕਰਗੁਜ਼ਾਰੀ ਦੇ ਉੱਤੇ ਔਰ ਜਦੋਂ ਅਸੀਂ ਉਹਨੂੰ ਪੜ੍ਹਨੇ ਆ ਤੇ ਉਹ ਸਾਨੂੰ ਦੂਸਰੀ ਤਵਾਰੀਖ ਤੇ 29 ਬਾਬ ਦੇ ਵਿੱਚ ਮਿਲਦਾ ਹੈ। ਦੂਸਰੀ ਤਵਾਰੀਖ 29 ਬਾਬ ਜਦੋਂ ਅਸੀਂ पढ़ने तो ਉਹਦੇ ਵਿੱਚ बड़ा वाज़ेह तौर पे साढ़े लिए लिखा है और हिजकिय्याह कहने लगा कि अब तुमने अपने आप को खुदावन के लिए पाक कर लिया है, सो नजदीक आओ और खुदावन के घर में ज़बीहे और शुक्रगुजारी की कुर्बानियां लाओ। तब जमायत ज़बीहे और शुक्रगुजारियों की कुर्बानियां लाई और जितने दिल से राजी थे सोख्ती कुर्बानियां लाए। नंबर 1 चीज़ के बाइबल की दसती है कि सोख्ती कुर्बानी या खुदा दे हज़ूर दी शुक्रगुजारी है वो दिल नूं पाक करन दे नाल है। जिन्ना तक साडी जिंदगी दे विच दिल पाक नहीं हुंदे, साडे रवैये पाक नहीं हुंदे, खुदा कदी कोई कबूल नहीं करता। ऐसे 66 बाब दे खुदा कुर्बानियां नूं कहंदा कि इस तरह जिस तरह सूर दी कुर्बानियां चढ़ांदे। 66 बाब दे खुदा कहंदा कि जिस तरह मेरे मजहबे दे उत्ते इस तरह कि जिस तरह बरे या मेंढे चढ़ांदे, इस तरह जिस तरह कुत्ते नूं तुसीं ज़िबा करदे हो, नापाकी करदे हो। सबब मेरे दिल तुमसे दूर है। सबब क्या है कि मैं खुदा कहता कि मैं नाराज हाँ। अच्छा कुर्बानी जिहड़ी है शुक्रगुजारी अगर साडी डायरैक्शन ठीक नहीं गी, साडे नाल जिहड़ा जिस जगह दे उत्ते शुक्रगुजारी करने पे अगर वो शुक्रगुजारी दा मकाम दुरुस्त नहीं गा तब भी शुक्रगुजारी पूरी नहीं हुंदी। ਜਦੋਂ ਇਹ ਜਿਹੜਾ ਹਵਾਲਾ ਮੈਂ ਤੁਹਾਨੂੰ ਦੇਣ ਡਿਆ ਦੂਸਰੀ ਤਵਾਰੀਖ 29 ਬਾਬ ਨੂੰ ਜਦੋਂ ਅਸੀਂ ਸਟੱਡੀ ਕਰਨੇ ਆ ਤੇ ਇਸ ਤੋਂ ਪਹਿਲੇ ਜਿਤਨੇ ਨੇ ਕਾਹਿਨ ਸਾਂ ਉਹਨਾਂ ਆਪਣੇ ਆਪ ਨੂੰ ਪਾਕ ਕੀਤਾ। हिजकिय्याह ने अपने आप को पाक किया। हिजकिय्याह ने जबरदस्त खुदा का काम किया कि उन्हें लिखा कि उन्हें हैकल को पाक और साफ कराया, उन्हें तमाम जितने भी वो मजहबे हैं जो गैर कौमां दे उन्होंने हटाया, उन्होंने खत्म किया, आके काहिनां ने पाक और साफ किया और ਉਹਦੇ ਬਾਅਦ ਜਿਹੜਾ ਨਹੀਂ ਲੋਕਾਂ ਨੂੰ ਫਿਰ ਪਰਮਿਸ਼ਨ ਦਿੱਤੀ ਕਿ ਹੁਣ ਤੁਸੀਂ ਜਿਹੜਾ ਨਹੀਂ ਕਿ ਸ਼ੁਕਰਗੁਜ਼ਾਰੀ ਦੇ ਹਦੀਏ ਜ਼ਬੀਹੇ ਲੈ ਕੇ ਆਓ। ਜਿਨਨੇ ਸ਼ੁਕਰਗੁਜ਼ਾਰੀ ਨੂੰ ਖੁਦਾ ਦੇ ਹਜ਼ੂਰ ਅਦਾ ਕਰਨਾ, ਜਿਹੜੇ ਖਾਦਮ ਨੇ ਜਿਹੜੇ ਕਾਹਿਨ ਨੇ ਅਦਾ ਕਰਨਾ, ਉਹਦਾ ਵੀ ਪਾਕ ਹੋਣਾ ਜ਼ਰੂਰੀ। अगर साड़ी डायरैक्शन दुरुस्त नहीं गी, असी पाक हाँ लेकिन साडा जिहड़ा मजहबा पाक नहीं गा या साडा जिहड़ा नहीं गा कहानत दे विच काहीं जिहड़ा नहीं गा खुदा दे हज़ूर मकबूल नहीं गा ते अगर असीं समझदे हैं ना ठीक है सानू की उन्हां दी अपनी मर्जी, हर एक काहिन ने हर एक खादम ने अपना अपना जवाब देना है
ਤੇ ਬਾਈਬਲ ਵਿੱਚ ਮੈਂ ਇਸ ਲਈ ਸ਼ਾਰਟ ਦੱਸਣ ਡਿਆ ਕਿ ਇਸ ਤਵਾਰੀਖ ਨੂੰ ਜਿਹੜਾ ਅਸੀਂ ਪੜਾਂਗੇ ਨਾ ਪਹਿਲੀ ਤਵਾਰੀਖ 29 ਬਾਬ ਨੂੰ, ਤੇ ਇਹਦੇ ਵਿੱਚ ਪੂਰੀ ਹਿਸਟਰੀ ਦਾ ਪਤਾ ਲੱਗ ਜਾਏਗਾ ਕਿ ਕਾਹਿਨਾਂ ਨੇ ਆਪਣੇ ਲਈ ਕੁਰਬਾਨੀ ਚੜਾਈ, ਕਾਹਿਨਾਂ ਨੇ ਆਪਣੇ ਲਈ ਜਿਹਨੂੰ ਕੀਤਾ ਬਰੇ ਜ਼ਬਾ ਕੀਤੇ, ਆਪਣੇ ਆਪ ਨੂੰ ਪਾਕ ਕੀਤਾ। ਹਿਜ਼ਕੀਆ ਨੇ ਤਮਾਮ ਦੀ ਤਮਾਮ ਉਹ ਚੀਜ਼ਾਂ ਨੂੰ, ਜਿੰਨੀ ਵੀ ਚੀਜ਼ਾਂ ਸਨ ਉਹ ਸਾਰੀਆਂ ਨਾਪਾਕ ਚੀਜ਼ਾਂ ਨੂੰ ਖਤਮ ਕਰ ਦਿੱਤਾ। ਜਦੋਂ ਪਾਕ ਹੋਏ ਨੇ ਤੇ ਉਹਦੇ ਬਾਅਦ ਉਹਨਾਂ ਕਿਹਾ ਕਿ ਹੁਣ ਸ਼ੁਕਰਗੁਜ਼ਾਰੀ ਦੇ ਜ਼ਬੀਹੇ ਲੈ ਕੇ ਆਓ। ਔਰ ਇੱਥੇ ਬਹੁਤ ਲੋਕੀ ਲਿਆਉਣਾ ਚਾਹੁੰਦੇ ਸਨ, ਬਹੁਤ ਲੋਕੀ ਜਿਹੜੇ ਨੇਗੇ ਕੁਰਬਾਨੀ ਦੇਣਾ ਚਾਹੁੰਦੇ ਹਨ, ਲੇਕਿਨ ਜਦੋਂ ਹਿਜ਼ਕੀਆ ਨੇ ਫਾਰਮੂਲਾ ਦੱਸਿਆ ਕਿ ਦਿਲ ਦਾ ਖਤਨਾ ਕਰਨਾ ਹੈ, ਦਿਲ ਨੂੰ ਪਾਕ ਕਰਨਾ ਹੈ, ਤੇ ਲਿਖਿਆ ਕਿ ਜਿੰਨਿਆਂ ਨੇ ਦਿਲ ਨੂੰ ਪਾਕ ਕੀਤਾ ਉਹ ਸਿਰਫ ਕੁਰਬਾਨੀ ਲੈ ਕੇ ਆਏ। ਉਹਨਾਂ ਕਹਿੰਦੇ ਸਾਨੂੰ ਕੀ ਦੱਸਣ ਦੇ, ਸਾਨੂੰ ਨਸੀਹਤਾਂ ਕਰਨ ਦੇ, ਸਾਨੂੰ ਅਸੀਂ ਕੋਈ ਗੁਨਾਹਗਾਰ ਆ, ਅਸੀਂ ਕੋਈ ਇਸ ਤਰ੍ਹਾਂ ਆ ਕੇ ਅਸੀਂ ਤੇ ਸ਼ੁਕਰਗੁਜ਼ਾਰੀ ਲਿਆਉਣ ਲੱਗੇ ਆ, ਅਸੀਂ ਤਾਂ ਖੁਦਾ ਦੇ ਮਜ਼ਬੇ ਲਈ ਬੜਾ ਕੰਮ ਕਰਨ ਲੱਗੇ, ਖੁਦਾ ਦੇ ਮਜ਼ਬੇ ਦੇ ਉੱਤੇ ਕੁਰਬਾਨੀਆਂ ਚੜਾਉਣ ਲੱਗੇ ਆ। ਲੇਕਿਨ ਬਾਈਬਲ ਇਹ ਦੱਸਦਾ ਹੈ ਕਿ ਜਿੰਨਾ ਤੱਕ ਦਿਲ ਪਾਕ ਨਹੀਂ ਗਏ ਉਨੀ ਦੇਰ ਤੱਕ ਖੁਦਾ ਕਬੂਲ ਨਹੀਂ ਕਰਦਾ, ਔਰ ਅਸੀਂ ਮਿਹਨਤ ਸਟਰਗਲ ਜਿਹੜੀ ਸਾਡੀ ਜ਼ਾਇਆ ਹੋ ਜਾਂਦੀ। ਇਸ ਲਈ ਕਲਾਮ ਨੇ ਬੜੀ ਵਾਜ਼ਿਹ ਤੌਰ ਤੇ ਦੱਸਿਆ ਉਹਨੇ ਕਿ ਜਾਂ ਤੂੰ ਸਰਦ ਹੋ ਜਾਂ ਗਰਮ, ਨੀਮ ਗਰਮ ਹੈ ਤੈਨੂੰ ਮੈਂ ਜ਼ੁਬਾਨ ਦੇ ਚੋਂ ਸੁੱਟ ਦਾਂਗਾ, ਖੁਦਾ ਆਪ ਹੀ ਨਿਕਾਲ ਕੇ ਫੇंक ਦੂੰਗਾ। ਔਰ ਬਾਈਬਲ ਇਹ ਦੱਸਦੀ ਹੈ ਕਿ ਜਿਹੜਾ ਨਾ ਸਰਦ ਉਹ ਦੁਨੀਆ ਦੇ ਗੁਨਾਹ ਸਭ ਕੁਝ, ਖੁਦਾ ਕਹਿੰਦਾ ਕਿ ਤੂੰ ਜਿਸ ਤਰ੍ਹਾਂ ਜ਼ਿੰਦਗੀ ਗੁਜ਼ਾਰਨਾ ਗੁਜ਼ਾਰ ਲੈ, ਕਿਉਂਕਿ ਤੂੰ ਅੱਗ 'ਚ ਜਾਣਾ। ਨੀਮ ਗਰਮ ਦਾ ਮੈਨੂੰ ਕੀ ਫਾਇਦਾ ਆ ਕੇ ਕਿ ਕਦੀ ਖੁਦਾ ਹਾਲ ਤੇ ਕਦੀ ਨਹੀਂ, ਕਦੀ ਖੁਦਾ ਹਾਲ ਕਦੀ ਨਹੀਂ। ਇसी ਤਰ੍ਹਾਂ ਬਾਈਬਲ ਸਾਨੂੰ ਇਹ ਦੱਸਦੀ ਹੈ ਕਿ ਸ਼ੁਕਰਗੁਜ਼ਾਰੀ ਦੀ ਬਹੁਤ ਸੇ ਲੋਕੀ ਜਿਹੜੇ ਨੇ ਆਪਣਾ ਐਕਸਪੈਂਸ ਕਰ ਲੈਂਦੇ ਨੇ, ਆਪਣੇ ਖਰਚੇ ਕਰ ਲੈਂਦੇ ਨੇ, ਲੇਕਿਨ ਡਾਇਰੈਕਸ਼ਨਾਂ ਦੋ ਨੇ। ਸ਼ੁਕਰਗੁਜ਼ਾਰੀ ਨੂੰ ਕਬੂਲ ਕਰਨ ਦੀਆਂ ਦੋ ਡਾਇਰੈਕਸ਼ਨਸ ਨੇ। ਨੰਬਰ 1 ਚੀਜ਼ ਕਿ ਸਾਨੂੰ ਰਿਸਰਚ ਕਰਨੀ ਪੈਂਦੀ ਹੈ, ਸਾਨੂੰ ਤਲਾਸ਼ ਕਰਨਾ, ਅਸੀਂ ਸ਼ਾਰਟਕਟ ਰਸਤਾ ਨਹੀਂ ਲੱਭ ਸਕਦੇ। ਖੁਦਾ ਤਿੰਨ ਮਕਾਮਾਤ ਨੇ ਜਿਹੜੇ ਖੁਦਾ ਨੇ ਤਿਆਰ ਕੀਤੇ ਨੇ। ਪਹਿਲਾ ਉਹ ਸ਼ਖਸ ਜਿਹਨੇ ਦੁਆ ਕਰਨੀ ਜਾਂ ਸ਼ੁਕਰਗੁਜ਼ਾਰੀ ਕਰਨੀ ਹੈ। ਦੂਸਰਾ ਉਹ ਸ਼ਖਸ ਜਿਹੜਾ ਸ਼ੁਕਰਗੁਜ਼ਾਰੀ ਨੂੰ ਆਪਣੇ ਹੱਥਾਂ 'ਚ ਲੈਂਦਾ ਹੈ ਔਰ ਫਿਰ ਖੁਦਾ ਦੇ ਹਜ਼ੂਰ ਚੜਾਉਂਦਾ। ਤੀਸਰੀ ਸ਼ਖਸੀਅਤ ਖੁਦਾ ਜਿਹਨੂੰ ਜਿਹੜਾ ਕਬੂਲ ਕਰਦਾ। ਤ੍ਰੇਵਾਂ ਦਾ ਲਿੰਕ ਜਿਹੜਾ ਨੀਗਾ ਇੱਕੋ ਜਿਹਾ ਹੋਣਾ ਚਾਹੀਦਾ। ਜੇ ਖੁਦਾ ਪਾ ਕੇ ਤੇ ਜਿਹੜਾ ਦੇਣ ਵਾਲਾ ਉਹ ਵੀ ਪਾਕ ਹੋਏ, ਔਰ ਜਿਹੜਾ ਲੈ ਉਹਨੂੰ ਰਿਸੀਵ ਕਰਦਾ ਪਿਆ ਉਹ ਵੀ ਪਾਕ ਹੋਏ, ਕਿਉਂਕਿ ਇੱਥੇ ਸਾਨੂੰ ਫਾਰਮੂਲਾ ਦਿੱਤਾ ਗਿਆ ਹੈ ਬਾਈਬਲ ਦੇ ਵਿੱਚ। ਔਰ ਚੁੰਕੇ ਲਿਖਿਆ ਕਿ ਫਿਰ ਬੜੇ ਥੋੜੇ ਲੋਕੀ ਲੈ ਕੇ ਆਏ, ਔਰ ਫਿਰ ਜੇ ਲੇਕਿਨ ਲੈ ਕੇ ਉਹ ਵੀ ਬਹੁਤ ਜ਼ਿਆਦਾ ਸਨ। ਉਹਦੇ ਵਿੱਚ ਜਦੋਂ ਅਸੀਂ ਹਿਸਟਰੀ ਨੂੰ ਪੜ੍ਹਨੇ ਇਹਨੂੰ ਅਸੀਂ ਬਹੁਤ ਜ਼ਿਆਦਾ ਅੱਗੇ ਨਹੀਂ ਜਾਵਾਂਗੇ। और इसे सिर्फ इन्होंने देने सोख्ती कुर्बानियों का शुमार जो जमायत लाई ये था 70 बैल 100 मेंढे और 100 बरे थे। और फिर इसके बाद अं देखने के जो थले जाने थे 600 बैल और 3000 भेड़ बकरियां। कितने ज्यादा ने एक्सीयत हो है कि जिन्होंने पाक किया, जो बहुत से लोग रह भी गए, लेकिन जिन्होंने पाक किया यह तादाद है। और मजे की गल देखो कि बाइबल की दसती है, बाइबल दसती है जो जाने काहिन सुबह से शाम तक ज़िबा करन दे ने, खला उतारन दे ने, और उसके बाद जिन्होंने की कि खुदा दे ज़रूर कुर्बानियां चढ़ा रहे हैं। और लिखा कि सुबह तो शाम तक वो थक गए, उन्होंने ना कुछ खादा है ना कुछ पीता है। और उसके बाद उन्होंने फिर महसूस करनी कितना सान नहीं कि आओ तुम साड़ी मदद लियाओ, दूसरे को कहते तुम साड़ी मदद लियाओ। लेकिन बाइबल दसती कि उन्होंने लावियां को किया। जो लावी है ना, जो ब्लैस लोग हैं, जो खादम ने ना कोई एल्डर होंगे या कोई खास जिन्होंने किया कि बजुर्ग होंगे जो खुदा के मसा च होंगे, सिर्फ उन्होंने उन्होंने चुनाव किया कि आओ साड़ी मदद करो। और सुबह तो शाम तक जिन्होंने किया कि वो मेहनत करते हैं। स्ट्रगल के बगैर कुछ नहीं गा, मखसूसियत के बगैर कुछ नहीं गा, मेहनत के बगैर कुछ नहीं गा। ਅੱਜ ਮੈਂ ਦੇਖਣ ਡਿਆ, ਮੈਂ ਸੰਡੇ ਦਾ ਦਿਨ ਹੀ ਤੇ ਮੈਂ ਬਹੁਤ ਸੇ ਲੋਕੀ ਡੋਰ ਟੂ ਡੋਰ ਜਿਹੜਾ ਪਾਕ ਸ਼ਕਤ ਦੇ ਰਹੇ ਸਨ। ਔਰ ਮੈਂ ਜਿਸ ਦਿਨ ਮੈਸੇਜ ਦੇ ਰਿਹਾ, ਮੈਂ ਉਦੋਂ ਪਾਕ ਸ਼ਕਤ ਦਾ ਉੱਤੇ ਸਾਨੂੰ ਜਿਸ ਮਕਾਮ ਤੇ ਮੈਂ ਰਹਿਣਾ ਉਹਨਾਂ ਐਲਾਨ ਕੀਤਾ ਜੀ ਜਿਹਨੇ ਪਾਕ ਸ਼ਕਤ ਲੈਣੀ ਹੈ ਜਲਦੀ ਜਲਦੀ ਲੈ ਲੈ, ਜਲਦੀ ਜਲਦੀ ਲੈ ਲੈ ਆ ਕੇ, ਠੀਕ ਹੈ ਨਾ, ਅਸੀਂ ਘਰਾਂ 'ਚ ਪਾਕ ਸ਼ਕਤ ਦੇ ਦਾਂਗੇ। ਕਈ ਲੋਕੀ ਸੁੱਤੇ ਉੱਠਣ ਦੇ ਨੇ, ਕਈ ਕੋਈ ਵਾਸ਼ਰੂਮ 'ਚ ਕੋਈ ਕਿਤੇ ਉਹਨਾਂ ਬੂਹਾ ਖੜਕੜਾਇਆ ਪਿਆ, ਬੇਟਾ ਮਾਮਾ ਕਿੱਥੇ ਵੇ, ਮਾਮਾ ਜੀ ਵਾਸ਼ਰੂਮ, ਉਹਨੂੰ ਵੀ ਜਲਦੀ ਆ ਕੇ ਪਾਕ ਸ਼ਕਤ ਦੇਣੀ ਹੈ। ਸਾ ਕਿਉਂ ਅਸੀਂ ਰਸਮ ਪੂਰੀ ਕਰਨ ਦੇ ਸੰਡੇ ਵਾਲੇ ਦਿਨ ਅਗਰ ਅਸੀਂ ਜਾ नहीं सकते या कोरोना वायरस है घर से देन दे, क्योंकि इसलिए कि शॉर्टकट ਅਸੀਂ ਸਮਝਦੇ ਕਿ ਸ਼ਾयद ऐसी रस्म अदा कर देंगे खुदा ਇਹਦੇ ਚ ਰਾਜ਼ੀ, ਇਹਦੇ ਚ ਖੁਸ਼ ਹੈ। तमाम रस्म ਦੇ प्रोसीजर्स ने ਉਹਨਾਂ ਲਿਖਿਆ ਕਿ ਉਹ ਥੱਕ ਗਏ ਨੇ, ਉਹਨਾਂ ਕੁਝ ਖਾਦਾ ਨਹੀਂਗਾ ਪੀਤਾ ਨਹੀਂਗਾ, ਲੇਕਿਨ ਉਹਨਾਂ ਨੇ ਆਪਣੇ ਹੱਥੀ ਰਸਮਾਂ ਅਦਾ ਕੀਤੀ, ਪੂਰੀ ਰਸਮ ਅਦਾ ਕੀਤੀ। स्ट्रगल के बगैर कुछ नहीं गा। खुदा अगर ठहरा रहेगा, सानू ठहरन नहीं, खुदा ने कहते ठहरे रहो। खुदा कहना तमाम उम्मत से तमाम कौम से जाके मेरी मनादी करो, तुही उन्होंने बपतिस्मा दो, उन्होंने जिन्होंने कहता कि नजात दे काम करो, शगीर्द बनाओ। लेकिन वही खुदा उन्होंने कहना पहले ठहरे रहो 10 दिन तक। और ए 10 दिन का जो फिगर दसिया ना अकॉर्डिंग टू बाइबल देखो तो 50 दिन ठहरे सन।
50 ਡੇਜ਼ ਠਹਿਰੇ ਸਨ, ਕਿਉਂਕਿ 40 ਦਿਨ ਦਾ ਜਿਹੜਾ ਯਿਸੂ ਜ਼ਮੀਨੀ ਤੌਰ ਤੇ ਜ਼ਾਹਿਰ ਹੁੰਦਾ ਰਿਹਾ, ਉਹਦੇ ਵਿੱਚ ਕੋਈ ਮਿਰਾਕਲ, ਕੋਈ ਮੌਜਜ਼ੇ ਨਹੀਂ ਉਹਨਾਂ ਕੀਤੇ, ਔਰ ਸਿਰਫ ਪਲੈਨਿੰਗ ਖੁਦਾ ਦੀ ਗੱਲਾਂ ਨੂੰ, ਵਾਕਿਆਤ ਨੂੰ ਯਾਦ ਕਰਦੇ ਪਏ ਹਨ। ਔਰ ਜਦੋਂ ਕੂਵਤਾਂ ਬੜੇ ਨੇ, ਮਸਾਂ ਨਾ ਬੜੇ ਨੇ, ਖੁਦਾ ਦੇ ਜਲਾਲ ਨੂੰ ਦੇਖਿਆ, ਖੁਦਾ ਦੀ ਸੱਚਾਈ ਨੂੰ ਦੇਖਿਆ, ਖੁਦਾ ਦੇ ਉਹ तमाम ਕੰਮਾਂ ਨੂੰ ਦੇਖਿਆ ਕਿ ਵਾਹ ਖੁਦਾ ਅਜ਼ੀਮ ਸੀ, ਔਰ ਆਪਣੀ ਅੱਖਾਂ ਦੇ ਸਾਹਮਣੇ ਜ਼ਿੰਦਗੀ ਦੇ ਅਸਮਾਨ ਤੇ ਜਾਂਦੇ ਦੇਖਿਆ, ਤਾਂ ਫਿਰ ਉਹਦੇ ਬਾਅਦ ਖੁਦਾ ਕਹਿੰਦਾ 10 ਦਿਨ ਹੋਰ ਠਹਿਰ, 10 ਦਿਨ ਹੋਰ ਠਹਿਰ ਉਹ ਠਹਿਰੇ। ਕਿਉਂਕਿ ਅਕਾਰਡਿੰਗ ਟੂ ਬਾਈਬਲ ਜਿਹੜਾ ਸੀ, तमाम ਈਦਾਂ ਜਿਹੜੀਆਂ ਬਨੀ ਇਸਰਾਈਲ 'ਚ ਮਨਾਈਆਂ ਜਾਂਦੀਆਂ, ਖੁਦਾ ਦੇ ਨਿਸ਼ਾਨ ਸਨ, ਖੁਦਾ ਦੇ ਸਿੰਪਟਮ ਸਨ, ਜਿੱਥੇ ਜਿੱਥੇ ਖੁਦਾ ਨੇ ਅਮਲ ਕਰਨਾ ਹੈ, ਸਾਰੇ ਉਸ ਤਰ੍ਹਾਂ ਚੱਲਦੇ ਪਏ ਨੇ। ਫਸਾ ਨੂੰ ਕੁਰਬਾਨੀ, ਈਦ ਫਤੀਹ ਨੂੰ ਪਹਿਲਾ ਫਲ ਹੋ ਕੇ ਅਸਮਾਨ ਦੇ ਉੱਤੇ ਖੁਦਾ ਗਿਆ ਹੈ, ਔਰ 50ਵਾਂ ਜਿਹੜਾ ਸੀ ਜੀ ਪਹਿਲੇ ਫਲ ਦੀ ਈਦ ਹੁੰਦੀ ਹੈ, ਉਹ ਕਲੀਸਿਆ ਦੀ ਪਹਿਲੀ ਡਿਵੈਲਪਮੈਂਟ ਸੀ, ਕਲੀਸਿਆ ਦੀ ਕ੍ਰੀਏਸ਼ਨ ਸੀ, ਕਲੀਸਿਆ ਦਾ ਪੈਦਾ ਹੋਣਾ ਸੀ, ਔਰ ਉਹ तमाम ਅਮਲ ਦਾ ਪੂਰਾ ਹੋਣਾ ਸੀ। ਤੇ ਸ਼ੁਕਰਗੁਜ਼ਾਰੀ ਜਿਹੜੀ ਅੱਜ ਅਸੀਂ ਦੇਖਦੇ ਹਾਂ ਆਪਣੇ ਘਰਾਂ ਦੇ ਵਿੱਚ, ਆਪਣੀ ਜਗ੍ਹਾ ਦੇ ਉੱਤੇ ਕਰਨੇ ਆ, ਸਾਨੂੰ ਪਤਾ ਹੀ ਕੋਈ ਨਹੀਂਗਾ। ਇਸ ਲਈ ਸ਼ੁਕਰਗੁਜ਼ਾਰੀ ਲਈ ਮਨਸੂਹਤ ਨੂੰ ਲੱਭਣਾ ਜ਼ਰੂਰੀ ਹੈ, ਮਖਸੂਸ ਲੋਕਾਂ ਨੂੰ ਲੱਭਣਾ ਜ਼ਰੂਰੀ ਹੈ, ਖੁਦਾ ਦੇ ਜ਼ਰੂਰ ਠਹਿਰਨਾ ਜ਼ਰੂਰੀ, ਪਾਕ ਲੋਕਾਂ ਦੇ ਠਹਿਰਨਾ ਜ਼ਰੂਰੀ ਹੈ। ਫਿਰ ਜੋ ਕੁਝ ਕਿਹਾ ਜਾਂਦਾ ਹੈ, ਅਗਰ ਉਹ ਜਬੀਲਤ ਤੋਂ ਬਦਲਣਾ ਨਹੀਂ ਕਹਿੰਦੇ ਤੇ ਜਬੀਲਤ ਬਦਲਣੀ ਪਏਗੀ, ਆਦਤਾਂ ਨੂੰ ਬਦਲਣਾ ਨਹੀਂ ਕਹਿਣਗੇ, ਆਦਤਾਂ ਬਦਲਣੀਆਂ ਪੈਣਗੀਆਂ। ਅੱਜ ਗੁੱਡ ਨਿਊਜ਼ ਹੈ ਹਰ ਤਰਫ, ਅੱਜ ਹਰ ਤਰਫ ਗੁੱਡ ਨਿਊਜ਼ ਹੈ। ਕਈ ਜਿਹੜੇ ਨੇ ਰਸਮਾਂ 'ਚ ਜ਼ਿੰਦਗੀ ਗੁਜ਼ਾਰਨ ਦੇ ਨੇ, ਕਈ ਚਰਚ ਜਿਹਨੂੰ ਕੀ ਕਿ ਡਿਵੈਲਪਮੈਂਟ 'ਚ ਜ਼ਿੰਦਗੀ ਗੁਜ਼ਾਰਨ ਦੇ ਨੇ। ਕਿਉਂਕਿ ਦੇਖੋ ਬਾਈਬਲ ਇਹ ਦੱਸਦੀ ਹੈ ਕਿ ਜਿਸਮਾਨੀ ਸ਼ਖਸ ਨੂੰ ਅਬਲੀਸ ਜਿਸਮਾਨੀ ਤੌਰ ਤੇ ਗੁੰਮਰਾਹ ਕਰਦਾ ਹੈ, ਰੂਹਾਨੀ ਸ਼ਖਸ ਨੂੰ ਅਕਾਰਡਿੰਗ ਟੂ ਬਾਈਬਲ ਔਰ ਰੂਹਾਨੀ ਤੌਰ ਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਾ ਹੈ, ਔਰ ਉਹਦੇ ਜਿੰਨਾ ਤੱਕ ਅਸੀਂ ਉਹਨੂੰ ਸਮਝ ਨਹੀਂ ਨਾ ਸਕਦੇ, ਕੋਈ ਗਾਲਬ ਨਹੀਂ ਆ ਸਕਦਾ, ਔਰ ਉਹਦੇ ਲਈ ਆਲਾ ਤੋਂ ਆਲਾ ਸ਼ਖਸ ਜਿਤਨਾ ਆਲਾ ਹੋਏਗਾ ਉਤਨਾ ਉਹਦੇ ਕਰੀਬ ਹੋਏਗਾ। ਮਸੀਹ ਜਿਸਮਾਨੀ ਤੌਰ ਤੇ ਇਸ ਦੁਨੀਆ ਦੇ ਚ ਆਇਆ ਸੀ, ਔਰ ਉਹਨੇ ਕਿਤੇ ਵੀ ਤੁਸੀਂ ਦੇਖ ਲਓ ਤੇ ਉਹਨੂੰ ਸਪਿਰਿਚੁਅਲੀ ਜੋ ਤੌਰ ਤੇ ਜਦੋਂ ਉਹ ਰੂਹਾਨੀਅਤ ਦੇ ਚ ਆਇਆ, ਤਬ ਉਹਨੇ ਉਹਨੂੰ ਕੀ ਕੀਤਾ, ਸਪਿਰਿਚੁਅਲੀ ਤੌਰ ਤੇ ਉਹਨੂੰ ਅਜ਼ਮਾਇਆ, ਔਰ ਉਹ ਸਪਿਰਿਚੁਅਲੀ ਜਿਹੜੀ ਨਹੀਂ ਆ ਅਜ਼ਮਾਇਸ਼ਾ ਸਾ, ਉਹਦਾ ਲਿੰਕ ਦੁਨੀਆ ਨਾਲ ਬਣਦਾ ਹੀ, ਲੇਕਿਨ ਰੂਹਾਨੀ ਤੌਰ ਤੇ, ਕਿਉਂਕਿ ਉਹ ਇਖਤਿਆਰ ਦੇ ਬਾਅਦ ਉਹਨੇ ਕਿਹਾ ਕਿ ਹੁਣ ਇਹਨੂੰ ਇਖਤਿਆਰ ਨੂੰ ਇਸਤੇਮਾਲ ਕਰ, ਤੇਰੇ ਕੋਲ ਇਖਤਿਆਰ ਹੈ, ਤੂੰ ਇਖਤਿਆਰ ਨੂੰ ਇਸਤੇਮਾਲ ਕਰ, ਉਹਨੂੰ ਯੂਟਿਲਾਈਜ਼ ਕਰ, ਉਹਨੂੰ ਬੈਨੀਫਿਟਸ ਲਈ ਲੈ ਕੇ ਆ, ਉਹਦਾ ਬੈਨੀਫਿਸ਼ੀਅਰੀ ਤੂੰ ਬਣ। ਬਾਈਬਲ ਦੱਸਦੀ ਹੈ, ਜਿਹੜਾ ਮੱਤੀ 4 ਬਾਬ ਦੇ ਵਿੱਚ। ਇਸੇ ਤਰ੍ਹਾਂ ਜਿਹੜਾ ਜਿਸਮਾਨੀ ਸ਼ਖਸ ਹੋਏਗਾ, ਉਹਦੇ ਲਈ ਕਦੀ ਰੂਹਾਨੀ ਅਜ਼ਮਾਇਸ਼ ਨਹੀਂ ਆਏਗੀ, ਔਰ ਰੂਹਾਨੀ ਸ਼ਖਸ ਲਈ ਜਿਸਮਾਨੀ ਅਜ਼ਮਾਇਸ਼ ਨਹੀਂ ਆਏਗੀ। ਜਿਹਦੇ ਤੋਂ ਤੁਸੀਂ ਅਬੂਰ ਹੋ ਜਾਂਦੇ ਹੋ, ਜਿਹੜਾ ਸਟੈਪ ਤੁਸੀਂ ਪਾਰ ਕਰ ਜਾਂਦੇ ਹੋ, ਉਹਦੇ ਬਾਅਦ ਉਹਨੂੰ ਜ਼ਰੂਰਤ ਕੋਈ ਨਹੀਂ ਗੀ, ਉਹ ਫਿਰ ਉਸ ਸਟੈਪ ਨੂੰ ਸੈਕਿੰਡ ਦੇ ਚ ਲੈ ਕੇ ਆਉਂਦਾ, ਥਰਡ ਦੇ ਚ ਲੈ ਕੇ ਆਉਂਦਾ। ਅਸੀਂ ਸ਼ਾਇਦ ਜਾਣਦੇ ਨਾ ਹੋਈਏ, ਲੇਕਿਨ ਉਹ ਸਾਡੇ ਜਿਹਨੂੰ ਕੀ ਕਿ ਸਾਡੀ ਜਿਹੜੀ ਅਸੀਂ ਪੋਜੀਸ਼ਨਾਂ ਨੂੰ ਜਿਹੜਾ ਅਬੂਰ ਕਰ ਲੈਂਦੇ ਆ, ਉਹਦੇ ਮੁਤਾਬਿਕ ਉਹ ਕੰਮ ਕਰਦਾ। ਯਸੂ ਨੂੰ ਵੀ ਰੂਲ ਕੁਦਸ ਦੇ ਬਾਅਦ ਬਾਈਬਲ ਨੇ ਦੱਸਦੀ ਹੈ ਕਿ ਰੂਲ ਕੁਦਸ ਦੇ ਫੌਰਨ ਬਾਅਦ, ਜਿਹਨੂੰ ਦਾ ਮਿਲਣ ਦੇ ਬਾਅਦ ਅਜ਼ਮਾਇਸ਼ਾਂ ਆਈਆਂ ਨੇ, ਔਰ ਇਹਦੀ ਪਰਮਿਸ਼ਨ ਦਿੰਦਾ ਰੂਲ ਕੁਦਸ, ਖੁਦਾ ਦੀ ਕੁਦਰਤ ਦਿੰਦੀ ਹੈ, ਕਿਉਂਕਿ ਹਰ ਸ਼ਖਸ ਅਯੂਬ ਦੀ ਮਾਨੇ ਜਿਹੜਾ ਅਜ਼ਮਾਉਣਾ ਜ਼ਰੂਰੀ ਹੈ। ਸਾਡੀ ਜ਼ਿੰਦਗੀ ਦੇ ਵਿੱਚ ਅਜ਼ਮਾਇਸ਼ ਦਾ ਆਉਣਾ ਜ਼ਰੂਰੀ ਹੈ, ਇਹ ਜਿਹੜੀ ਪਰਫੈਕਟ ਹੋਣ ਦੀ ਨਿਸ਼ਾਨੀ ਹੈ, ਔਰ ਜਿਨ੍ਹਾਂ ਤੱਕ ਅਸੀਂ ਪਰਫੈਕਟ ਨਹੀਂ ਹੋਵਾਂਗੇ, ਅਜ਼ਮਾਏ ਨਹੀਂ ਜਾਵਾਂਗੇ, ਅਸੀਂ ਕਦੀ ਬਰਕਤ ਹਾਸਲ ਨਹੀਂ ਕਰ ਸਕਦੇ। ਔਰ ਅੱਜ ਜੇ ਚਰਚਿਸ ਦੇ ਵਿੱਚ ਮੈਂ ਦੇਖਣਾ ਗੁੱਡ ਨਿਊਜ਼ ਹੈ, ਗੁੱਡ ਨਿਊਜ਼, ਕਈ ਜਗ੍ਹਾ ਤੇ ਰਸਮਾਂ, ਕਈ ਜਗ੍ਹਾ ਤੇ ਗੁੱਡ ਨਿਊਜ਼ ਹੈ। ਉਹ ਖੁਦਾ ਵੱਲ ਆ ਜਾਓ, ਤੁਹਾਡੇ ਇਹ ਬਰਕਤ ਮਿਲ ਜੇ, ਖੁਦਾ ਵੱਲ ਆ ਜਾਓ, ਤੁਹਾਨੂੰ ਇਹ ਬਰਕਤ ਮਿਲ ਜੇ, ਖੁਦਾ ਦੇ ਵੱਲ ਆ ਜਾਓ, ਖੁਦਾ ਇਹ ਬਰਕਤ ਮਿਲ ਜੇਗੀ। ਨੰਬਰ 1 ਚੀਜ਼, ਖੁਦਾ ਦੇ ਕੰਮ ਇੱਕ ਤਰਤੀਬ ਦੇ ਨਾਲ ਹੈ, ਅਨਡਿਸਿਪਲਿਨ ਨਹੀਂ ਹੈ, ਮਈਅਰਮੈਂਟ ਦੇ ਨਾਲ ਨਹੀਂ ਹੈ ਕਿ ਅਨਮਈਅਰਮੈਂਟ ਹੋਏ, ਉਹਦੀ ਮਈਅਰ ਕੀਤੇ ਗਏ ਨੇ, ਉਹਦੇ ਤਰੀਕੇਕਾਰ ਖੁਦਾ ਨੇ ਬੰਦ ਦਿੱਤੇ ਗਏ। ਜਿਸ ਤਰ੍ਹਾਂ ਫਾਰ ਐਗਜ਼ਾਮਪਲ ਸਾਡੀ ਜ਼ਿੰਦਗੀ ਦੇ ਜਿਹੜਾ 10ਵਾਂ ਹਿੱਸਾ ਹੁੰਦਾ ਹੈ, ਕਈ ਲੋਕੀ 10ਵਾਂ ਹਿੱਸਾ ਪਾ ਕੇ ਤੇ ਗਿਣਦੇ ਰਹਿੰਦੇ ਨੇ ਕਿ ਉਹ ਖੁਦਾ ਦੇ ਹਜ਼ੂਰ ਦੇ ਦਿੱਤਾ, ਉਹਦੇ ਮੈਂ ਰਾਤੋਂ ਰਾਤ ਹੀ ਜਿਹਨੂੰ ਕਿਤੇ ਜਾਣਾ ਤੇ ਮੇਰੀ ਲਾਟਰੀ ਵੀ ਨਿਕਲ ਆਣੀ ਹੈ, ਮੇਰਾ ਫਲਾਣਾ ਵੀ ਹੋ ਜਾਣਾ, ਮੇਰਾ ਇਸ ਤਰ੍ਹਾਂ ਵੀ ਹੋ ਜਾਣਾ। ਬਾਈਬਲ ਇਹ ਦੱਸਦੀ ਹੈ ਕਿ 10ਵਾਂ ਹਿੱਸਾ ਇਤਨੀ ਬਰਕਤ ਦਾ ਸਬਬ ਹੋਏਗਾ ਜਿਹੜਾ ਖੁਦਾ ਨੂੰ ਅਸੀਂ ਦੇਦੇ ਆ। 10ਵੇਂ ਹਿੱਸੇ ਯਾਨੀ ਇੱਕ ਸ਼ਖਸ ਦੀ ਤਨਖਾਹ 10,000 ਹੈ, ਤੇ ਉਹਨੇ ਅਗਰ ਫਾਰ ਐਗਜ਼ਾਮਪਲ 1000 ਰੁਪਏ ਖੁਦਾ ਲਈ ਕੱਢਿਆ ਤੇ 9,000 ਰੁਪਏ ਬਚਦਾ। ਹੁਣ 9,000 ਰੁਪਏ ਬਚਦਾ ਹੈ, ਤੇ ਉਸ ਟਾਈਮ ਅਗਰ ਖੁਦਾ ਲਈ ਉਹ ਕੱਢਦਾ ਨਾ, ਤੇ ਸਮਝ ਲਓ ਕਿ ਉਹਦੀ ਬਲੈਸਿੰਗ ਉਨੀ ਹੋਏਗੀ, ਜਿਸ ਤਰ੍ਹਾਂ 10,000 ਚ 1000 ਹੋਰ ਪਾ ਦੋ ਤੇ ਕਿੰਨਾ ਬਣ ਜਾਏਗਾ, 11,000 ਰੁਪਇਆ ਉਹਦੀ ਜੇਬ ਚ ਹੋਏਗਾ, ਤੇ ਜਿਸ ਤਰ੍ਹਾਂ ਉਹਦਾ ਨਿਜ਼ਾਮ ਚੱਲ ਸਕਦਾ ਨਾ, ਉਸ ਤਰ੍ਹਾਂ ਦਾ ਚੱਲੇਗਾ। ਯਾਨੀ 1000 ਉਹ ਕੱਢੇਗਾ ਤੇ ਉਹ ਮਲਟੀਪਲਾਈ ਤੁਹਾਡੇ ਨਾਲ ਹੋ ਕੇ ਤੇ ਉਹਦੀ ਬਰਕਤ ਉਤਨੀ ਵੱਧ ਜਾਏਗੀ। ਇਹ ਨਹੀਂ ਹੋਣਾ ਕਿ ਉਹ 1000 ਦੇ ਹਿਸਾਬ ਨਾਲ 1 ਲੱਖ ਦੀ ਹੋ ਜਾਣੀ ਇਨਸਾਨ, ਜਿਹਨੂੰ ਕਹਿੰਦੇ ਕਿ ਇੱਕੋ ਦਿਨ ਦੇ ਜਿਹਨੂੰ ਕਹਿੰਦੇ ਕਿ ਖਾ ਪੀ ਗਏ, ਤੇ ਉਹਦੇ ਬਾਅਦ ਕਹੇ ਜੀ ਮੈਨੂੰ ਤਾਂ ਖੁਦਾ ਦੇ ਹਜ਼ੂਰ ਮੈਂ ਕੱਢ ਦਿੱਤਾ ਹੈ। ਬਾਈਬਲ ਦੇ ਰੂਲਸ ਨੇ, ਯਾਨੀ ਤੁਹਾਡੀ ਬਰਕਤ ਜਿਹੜੀ ਹੈ ਉਸੀ ਵੱਧ ਜਾਏਗੀ, ਔਰ ਬਰਕਤ ਠਹਿਰੀ ਦੇਗੀ, ਲੇਕਿਨ ਉਸੀ ਪਹਿਲਾਂ ਜਿਹੜੀ ਹੈ ਤੁਹਾਡੀ ਘਟ ਜਾਏਗੀ। ਔਰ ਪਲੋਠਾ ਜਿਹੜਾ ਹੀ, ਹਰ ਪਲੋਠਾ ਜਿਹੜਾ ਹੀ ਖੁਦਾ ਦਾ ਹੁੰਦਾ ਸੀ, ਬਾਈਬਲ ਦੱਸਦੀ ਹੈ। ਇਸੀ ਤਰ੍ਹਾਂ ਸਾਡੀ ਫਸਟ ਜਿਹੜੀ ਪ੍ਰਾਇੋਰਟੀ ਖੁਦਾ ਦੇ ਹਜ਼ੂਰ ਹੈ, ਜੋ ਖੁਦਾ ਨੂੰ ਜਾਣਦੇ ਨੇ। ਇੱਥੇ ਜੇ ਲੋਕੀ ਸਾਂ ਆਪਣਾ ਹਿੱਸਾ ਆਪਣੀ ਉਹ ਚੀਜ਼ਾਂ ਨੂੰ ਕੱਢਣ ਦੇ ਹਨ, ਲੇਕਿਨ ਖੁਦਾ ਉਹ ਹਰ ਸ਼ਖਸ ਦੀ ਨਹੀਂ ਚਾਹੁੰਦਾ। ਸ਼ਾਇਦ ਹੋ ਸਕਦਾ ਕੋਈ ਖਾਦਮ ਚਾਹੁੰਦਾ ਹੈ,
कोई मिनिस्ट्री चाहती है अपनी जरूरियात दी अपने खर्चियां दी अपने एक्सपेंस ली जेड़ा वध जाते ने इसलिए खुदा जेड़ा बाइबल दसदी है कि खुदा ख्वाहिशां अपनी जरूरियात को पूरा करता है ते ख्वाहिशात हमला होंदियां ने इसलिए चुप के ख्वाहिशात हमला नहीं हुई उन्होंने कि अपने दिल को पाक करो जितना ने पाक किया है नंबर 1 चीज कि उन्होंने की किया है उन्होंने खुदा दे हजूर हदीए लेके आए नंबर 2 चीज कि काहिना का जिक्र है कि काहिन सुबह तो शाम तक जिन्हों की मेहनत करते रहे ने इसी तरह बाइबल है दसदी है कि शॉर्टकट तरीके नहीं गे पढ़िया खुदा तुहानू बरकत दे खुदा तुहानू बरकत दे खुदा तुहानू बरकत दे ਉਹਦੇ ਲਈ ਰਿਆਜ਼ਤ ਹੈ अगर काहिन ਦੇ ਹੱਥ ਆਂਦੇ ਨੇ ਤਾਂ ਕਾहिन ਨੇ ਪੂਰੀ ਰਸਮਾਂ ਅਦਾ ਕਰਨੀਆਂ ਨੇ ਚਾਹੇ ਉਹ ਸ਼ੁਕਰਗੁਜ਼ਾਰੀ ਹੈ चाहे दह की है चाहे हदिया है चाहे कोई भी चीज है ਉਹਦਾ प्रोसीजर पूरा करना जरूरी है इसी तरह कोरोना के सबब के नाल मैं सैटेलाइट के जरिए ਜਿਹੜਾ है ना मैं दसना चाहना उन्होंने खादमा ਨੂੰ कि शॉर्टकट तरीके नहीं गे शॉर्टकट तरीके नहीं कि पाक शाकत जी है घर से बन देती है किते बन देती है किसी प्रोसीजर ने ये ठहरना है ये तहारत च ठहरना है ये खुदा दे हजूर ठहरना है अगर खुदा ने स्टॉप किए करोना इतने अगर खुदा चर्चा बंद किया है तो जानता है आके कि क्यों मैं बंद किए क्योंकि एक प्रोसीजर है साडा सिर्फ खुदा ये राजी नहीं होंगे कि पाक शाकत जी नहीं दी गई राजी होंगे खुदा घुटनों के बल चाहता है खुदा चाहता है कि घुटनों के बल जो से खादम हो जाए घुटनों के बल कलीसिया हो जाए घुटनों के बल आरजी और इनकसारी हो ये आपके पाक शक्ल लेने से ज्यादा मुकद्दस है जब वक्त आएगा खुदा आपकी जो सा है आपको उस रस्म में लेकर आएगा इसलिए हिजकिया जो सा है उसको हम देखते हैं जिसका मैंने पहले तवारीख 29 बाब को आपको बताया कि उसने कहा कि पहले अपने आप को पाक करो पाक करने से पहले कलीसिया को पाक करने से पहले अकॉर्डिंग टू बाइबल हमें पता लगता है कि हिजकिया ने अपने आप को पाक किया काहिनों ने अपने आप को पाक किया कोरोना कह दे कि पाक करो अपने आप को आज कोरोना कह दे कि पाक करो तुही रस्म जी अदा करते लगे हो कि मेरे चेहरे चो मैं कहना कि पाक हदीए लैके आओ पाक कलीसिया लैके आओ पाक लोकी लैके रहो ते पाक उदों बनणगे जो खादम पाक बनने की कोशिश करनगे इसलिए ऐसी बहुत सी जगह मैं समझना ब्लैसिंग का सबब है कि बहुत सी जगह देते लोग डिस्ट्रीब्यूट कर रहे सब कुछ कर रहे कई खादम भी बेचारे मजबूर है क्योंकि उन्होंने दसना पैना वरना कलीसिया कहती है कि कहना मसला खादम की करन लेकिन जो कुछ मर्जी कलीसिया के ਤੁਹਾਡਾ ਜਿਹੜਾ ਨਹੀਂਗਾ अगर दाया हाथ देंदा ਤਾਂ ਬਾਹਾਂ ਨੂੰ ਪਤਾ ਹੀ ਨਾ ਲੱਗੇ ਇਹ ਬਾਈਬਲਸ ਦੇ ਰੂਲਸ ਨੇ ਔਰ ਕਦੀ ਖੁਦਾ ਦੇ ਹਜ਼ੂਰ ਜਿਹੜਾ ਖੁਦਾ ਦੇ ਕੰਮਾਂ 'ਚ ਅਮੈਂਡਮੈਂਟ ਨਾ ਕਰੀਏ ਅੱਜ ਆਰਜ਼ੀ ਔਰ ਉਹਦੇ ਠਹਿਰਨ ਦੀ ਇਨਕਸਾਰੀ ਦੇ ਠਹਿਰਨ ਦੀ ਜ਼ਰੂਰਤ ਹੈ ਤੇ ਜੇ ਸ਼ੁਕਰਗੁਜ਼ਾਰੀ ਹੈ ਬਾਈਬਲ ਦੇ ਹਜ਼ੂਰ ਜਿਹੜੀ ਹੈ ਨੰਬਰ 1 ਚੀਜ਼ ਪਾਕ ਹੁੰਦੇ ਨਾ ਜਿਨ੍ਹਾਂ ਦੀ ਪਾਕ ਨਹੀਂ ਗਏ ਜਾਂ ਪਾਕ ਮਜ਼ਬਾ ਨਹੀਂਗਾ ਅਗਰ ਸ਼ਖਸੀਅਤ ਪਾਕ ਹੈ ਤੇ ਉਹਦਾ ਮਜ਼ਬਾ ਪਾਕ ਨਹੀਂਗਾ ਤਾਂ ਵੀ ਕਬੂਲ ਨਹੀਂ ਹੋਏਗੀ ਤੇ ਮਜ਼ਬਾ ਪਾ ਕੇ ਦੇਣ ਵਾਲਾ ਪਾਕ ਨਹੀਂਗਾ ਤੇ ਤਾਂ ਵੀ ਕਬੂਲੀਅਤ ਨਹੀਂ ਹੋਏਗੀ ਇਹਨਾਂ ਦੋਨਾਂ ਦਾ ਪਾਕ ਹੋਣਾ ਜ਼ਰੂਰ ਹੈ ਦੋਨੋਂ ਇੱਕ ਐਕੂਰੇਟ ਜਗ੍ਹਾ ਤੇ ਹੋਣੇ ਜ਼ਰੂਰ ਨੇ ਸਾਡੇ ਜਿਹੜੇ ਐਫੀਲੀਏਸ਼ਨ ਰਹਿਣਾ ਜ਼ਰੂਰੀ है पाक क्योंकि सलाम लिखा है बाइबल से लिखा है कि सलामती तुम पर ठहरी रहेगी क्यों खुदा के लोग आए हैं खुदा के जो से लोग आएंगे उनके साथ सलामती होगी आपको तस्कीन तसल्ली इत्मीनान मिलेगा और दूसरी बात जो सी ज़बूर 50 ਜਿਹੜਾ ਨਹੀਂ ਜਦੋਂ ਅਸੀਂ ਪੜ੍ਹਨੇ ਆ ਤੇ ਉਹਦੇ ਚ ਬਿਫੋਰ ਹੀ ਸ਼ੁਕਰਗੁਜ਼ਾਰੀ मिन्नता पूरियां हो करा मैं तेरे हजूर मिन्नता रखांगा तू भी मिन्नता को पूरियां करेगा दरखास्तां पूरी करेगा और शुक्रगुजारी पहला कर दी गई जो खुदा दे लोकी ने जो खुदा नु जानदे ने बिफोर ही खुदा दी शुक्रगुजारी करना शुरू करते हैं और जो पहला शुक्रगुजारी हुंदी है सब तो बड़ा फार्मूला लेकिन इनु समझण दी जरूरत उदों हुंदा जो दिल पाक होंगे दानियल 3 टाइम दुआ करता है जो पता लगता कि तेरा मरण का फरमान जारी हो गया तो लिखे कि उसने फौरन गया और उसने जो किया कि खुदा दे घर दी ता मुंह किया और उन्हें शुक्रगुजारी की दुआ की शुक्रगुजारी एक बड़ा हथियार है शुक्रगुजार लेकिन शुक्रगुजारी इस तरह नहीं कि बातन कमजोर है बातन गुनाहगार है तो शुक्रगुजारी करन दे हैं अंदर ਜਿਹੜਾ ਇਹਨੇ ਜਿੰਨਤ ਕੇ ਪਾਕ को साफ नहीं होगा शुक्रगुजारी कबूल नहीं होगी ਤੇ ਇਸੇ ਤਰ੍ਹਾਂ ਸਾਡੀ ਸ਼ੁਕਰਗੁਜ਼ਾਰੀਆਂ ਜਿਹੜੀਆਂ ਨੇ ਉਹ ਮੈਂ ਇਹ ਦੱਸਣਾ ਚਾਹਨਾ ਕਿ ਜਿੰਨਾ ਤੀਕਰ ਪਾਕ ਸਾਫ ਨਹੀਂ ਪਾਕ ਰਫਾਕਤ ਚ ਨਹੀਂ ਪਾਕ ਸ਼ਰਾਕਤ ਦੇ ਚ ਨਹੀਂ ਗਿਆ ਉਨੀ ਦੇਰ ਤੱਕ ਕੋਈ ਚੀਜ਼ ਐਕਸੈਪਟੇਬਲ ਨਹੀਂ ਗਈ ਕੋਈ ਚੀਜ਼ ਖੁਦਾ ਦੇ ਜ਼ੁਰ ਕੇ ਮਕਬੂਲ ਨਹੀਂ ਗਈ ਤੇ ਮੇਰੀ ਤੁਹਾਡੀ ਜ਼ਿੰਦਗੀ ਦੇ ਵਿੱਚ पाक होना जरूरी है ऐसे दिल का खतना जेड़ा क्या कहता है ए दिल चोट लगना है जिस तरह जो ही बाइबल दसती है कि जो ही पतरस ने वास किया पतरस ने पैगाम दिता और फिर उसके बाद फौरन जिनको उनके दिल को चोट लगी
और चोट लगने के सबब से जिनकी तक उन्होंने कहा हम क्या करें, ये दिल का खतना हो चुका था। जो चोट है, जो दिल को चोट लगती है, जो जेर करती है, वही दिल का खतना है। अगर आज मेरा दिल का खतना ना हुआ तो मुझे चोट ना लगती, मैं जो है खुदा को ना जान सकता। आपके दिलों को खुदा ने तब्दील किया और मैं खुदा का आज भी शुक्र अदा करता हूँ कि शुक्र है दाऊद की तरह, जैसा दाऊद कहना कि शुक्र है कि मैंने दुख उठाए ताकि तेरे आइन सीखो। दुख सीखने के सबब से इंसान आइन सीखता है और लोग शॉर्टकट रास्ते ढूंढते हैं। जब आप खुदा में चलते हैं, खुदा में कायम रहते हैं, एक चीज को जानना है कि नंबर 1 चीज के दुख तो जाती ने या खुदा की तरफों ने। कई लोगों ने जाती ने, कई लोग खुदा दे जरूर कामल या मकबूल नहीं ठहरे, उन्हें जाती दुख ने खुदा ना ऐड कर देते हैं। और कई दुख जेडे जिनके खुदा दे ने लेकिन वो जातियात औलाद जाते हैं। जातियात तो मुराद है वे खुदा की तरफ, खुदा ने क्या क्या मेरा मंसूब बंदा जो चल पिया ए लो आजमाइश मैं पेश कर दिता था, परफेक्ट हो गई। जो गड्डी दी तैयार होंगी है ना, फैक्ट्री फर्स्ट ट्रायल लिया जाता है,